ਆਡੀਓ ਪੁਸਤਕਾਂ ਦੀ ਲੜੀ ਦੇ ਤਹਿਤ ਤੁਹਾਡੇ ਸਨਮੁਖ ਪ੍ਰਸਿੱਧ ਪੰਜਾਬੀ ਕਵੀ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਪੁਸਤਕ ਹੈ ਲੂਣਾ। ਇਹ ਇੱਕ ਮਹਾਂਕਾਵ ਹੈ ਜਿਸ ਨੂੰ ਸ਼ਿਵ ਕੁਮਾਰ ਨੇ ਸੰਨ 1965 ਵਿੱਚ ਲਿਖਿਆ ਸੀ। ਪੂਰਨ ਭਗਤ ਦੀ ਕਥਾ 'ਤੇ ਆਧਾਰਿਤ ਇਸ ਮਹਾਂਕਾਵ ਲੂਣਾ ਨੂੰ ਸੰਨ 1967 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜਿਆ ਗਿਆ। ਉਸ ਸਮੇਂ ਸ਼ਿਵ ਕੁਮਾਰ ਦੀ ਉਮਰ ਮਹਿਜ਼ 31 ਸਾਲਾਂ ਦੀ ਸੀ। ਪੁਸਤਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਵ ਕੁਮਾਰ ਵੱਲੋਂ ਆਰੰਭ ਵਿੱਚ ਮੇਰੇ ਪਾਤਰ ਮੇਰੀ ਕਥਾ ਸਰਲੇਖ ਹੇਠ ਲਿਖੇ ਹੋਏ ਮੁੱਖਬੰਦ ਨੂੰ ਦੇਖਦੇ ਹਾਂ। ਸ਼ਿਵ ਕੁਮਾਰ ਬਟਾਲਵੀ ਦੀ ਲਿਖਤ ਮੇਰੀ ਆਵਾਜ਼ ਵਿੱਚ। ਮਹਾਂਕਾਵ ਦੇ ਵਿਸ਼ੇ ਬਾਰੇ ਜਾਂ ਰੂਪ ਬਾਰੇ ਕਦੀ ਕੋਈ ਨਿਸ਼ਚਿਤ ਗੱਲ ਨਹੀਂ ਕੀਤੀ ਜਾ ਸਕਦੀ। ਹੋਮਰ, ਦੰਟੇ ਤੇ ਮਿਲਟਨ ਨੇ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਮਹਾਂਕਾਵ ਦੇ ਵਿਸ਼ੇ ਚੁਣੇ। ਯੂਨਾਨੀ ਜਾਂ ਪੱਛਮੀ ਮਹਾਂਕਾਵ ਦਾ ਵਿਸ਼ਾ ਸਧਾਰਨ ਮਰਦ ਤੀਵੀਆਂ ਦੀਆਂ ਕਮਜ਼ੋਰੀਆਂ ਰਿਹਾ। ਇਸ ਗੱਲੋਂ ਪੱਛਮੀ ਕਾਵ ਵਧੇਰੇ ਕਰਕੇ ਧਰਤੀ ਦੇ ਨੇੜੇ ਰਿਹਾ। ਪੰਜਾਬੀ ਕਿੱਸਿਆਂ ਵਿੱਚ ਦਰਸਾਇਆ ਜੀਵਨ ਉਸ ਵੇਲੇ ਦੇ ਸਧਾਰਨ ਜੀਵਨ ਦੀ ਹੀ ਪ੍ਰਤੀਨਿਧਤਾ ਕਰਦਾ ਹੈ। ਇਸ ਨੂੰ ਸੰਸਕ੍ਰਿਤ ਪਾ ਦੇਣ ਲਈ ਕਿੱਸਾਕਾਰਾਂ ਨੇ ਤਰੋੜਿਆ ਮਰੋੜਿਆ ਹੈ ਤੇ ਇਸ ਵਿੱਚ ਇਖਲਾਕੀ ਸਿੱਖਿਆ ਭਰਨ ਦਾ ਯਤਨ ਕੀਤਾ ਹੈ। ਪਰ ਜੇ ਨਿਰਪੱਖ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਕਿੱਸੇ ਯੂਨਾਨੀ ਕਾਵਧਾਰਾ ਦੇ ਪ੍ਰਭਾਵ ਨੂੰ ਸਪਸ਼ਟ ਦਰਸਾਉਂਦੇ ਹਨ। ਪੂਰਨ ਦਾ ਕਿੱਸਾ ਸਾਡੇ ਹੋਰ ਪੰਜਾਬੀ ਕਿੱਸਿਆਂ ਵਿੱਚੋਂ ਸ਼ਾਇਦ ਸਭ ਤੋਂ ਵੱਧ ਲੋਕਪ੍ਰਿਯ ਹੈ। ਪੂਰਨ ਦੇ ਕਿੱਸੇ ਦੀ ਵਿਚਿੱਤਰ ਕਥਾ ਮੂਲੋਂ ਹੀ ਨਵੀਂ ਨਹੀਂ। ਅਸ਼ੋਕ ਮਹਾਨ ਦੀ ਛੋਟੀ ਰਾਣੀ ਨਾਲ ਵੀ ਅਸ਼ੋਕ ਦੇ ਪੁੱਤਰ ਦੀ ਅੱਖ ਮੈਲੀ ਹੋ ਜਾਣ ਦੀ ਤੇ ਸਿੱਟੇ ਵਜੋਂ ਹੱਥ ਕੱਟੇ ਜਾਣ ਦੀ ਕਥਾ ਪ੍ਰਚਲਿਤ ਹੈ। ਟੁੰਡੇ ਅਸਰਾਜੇ ਦੀ ਵਾਰਤਾ ਬਹੁਤ ਹੱਦ ਤੱਕ ਪੂਰਨ ਦੀ ਕਹਾਣੀ ਨਾਲ ਮੇਲ ਖਾਂਦੀ ਹੈ। ਵੈਸੇ ਇਸ ਕਥਾ ਦਾ ਪੁਰਾਤਨ ਰੂਪ ਕਿਸੇ ਵੀ ਹਿੰਦੂ ਧਰਮ ਗ੍ਰੰਥ ਵਿੱਚ ਨਹੀਂ ਮਿਲਦਾ। ਲੋਕ ਗੀਤਾਂ ਵਿੱਚ ਇਸ ਕਥਾ ਦੇ ਹਵਾਲੇ ਜ਼ਰੂਰ ਮਿਲਦੇ ਹਨ। ਇਸ ਤੋਂ ਪਿੱਛੋਂ ਇਸ ਕਥਾ ਦਾ ਨਿਖਰਿਆ ਰੂਪ ਕਾਦਰਯਾਰ ਦੇ ਕਿੱਸੇ ਪੂਰਨ ਭਗਤ ਵਿੱਚ ਜਾਂ ਉਸੇ ਦੀ ਹੀ ਕਿਰਤ ਕਲੀਆਂ ਪੂਰਨ ਭਗਤ ਵਿੱਚ ਮਿਲਦਾ ਹੈ। ਪਰ ਇਹਨਾਂ ਦੋਹਾਂ ਕਹਾਣੀਆਂ ਵਿੱਚ ਕਾਫੀ ਅੰਤਰ ਹੈ। ਮੈਂ ਇਸ ਕਥਾ ਨੂੰ ਕਿਸੇ ਪੂਰਨ ਭਗਤ ਦੇ ਆਧਾਰ 'ਤੇ ਹੀ ਲਿਆ ਹੈ ਤੇ ਲਿਆ ਵੀ ਪੂਰਨ ਦੇ ਹੱਥ ਪੈਰ ਕੱਟੇ ਜਾਣ ਤੱਕ ਹੈ। ਇਸ ਤੋਂ ਪਿੱਛੋਂ ਮੈਨੂੰ ਕਥਾ ਮਨ ਘੜਤ ਜਿਹੀ ਲੱਗਦੀ ਹੈ। ਨਾਲੇ ਇਸ ਤੋਂ ਪਿੱਛੋਂ ਕਥਾ ਦੀ ਬਹੁਤੀ ਲੋੜ ਵੀ ਨਹੀਂ ਸੀ। ਇਸ ਕਥਾ ਵਿੱਚ ਮੈਂ ਕੁਝ ਵਾਜਬ ਤੇ ਮਾਮੂਲੀ ਤਬਦੀਲੀਆਂ ਕਰ ਲਈਆਂ ਹਨ ਜਿਹੜੀਆਂ ਕਿ ਸੁਭਾਵਕ ਹਨ। ਮਿਸਾਲ ਵਜੋਂ ਪੂਰਨ ਨੂੰ 12 ਵਰ੍ਹਿਆਂ ਦਾ ਨਹੀਂ ਸਗੋਂ ਮੈਂ 18 ਵਰ੍ਹਿਆਂ ਦਾ ਲਿਖਦਾ ਹਾਂ, ਕਿਉਂ ਜੋ 12 ਵਰ੍ਹਿਆਂ ਦੇ ਮੁੰਡੇ 'ਤੇ ਮੈਲਾ ਹੋਣ ਦਾ ਇਲਜ਼ਾਮ ਨਹੀਂ ਲਾਇਆ ਜਾ ਸਕਦਾ। ਇਹ ਬੜਾ ਗੈਰ ਕੁਦਰਤੀ ਲੱਗਦਾ ਹੈ। ਪੂਰਨ ਨੂੰ 18 ਵਰ੍ਹਿਆਂ ਦਾ ਦੱਸਣ ਤੋਂ ਮੇਰਾ ਭਾਵ ਹੈ ਕਿ ਉਹ ਭਰ ਜੋਬਨ ਦੀ ਰੁੱਤੇ ਸੀ, ਚਾਹੇ ਉਹ 18 ਦਾ ਹੋਏ ਜਾਂ 20 ਦਾ। ਦੂਜੀ ਤਬਦੀਲੀ ਜਿਹੜੀ ਮੈਂ ਇਸ ਕਥਾ ਵਿੱਚ ਕੀਤੀ ਹੈ ਉਹ ਇਹ ਹੈ ਕਿ ਮੈਂ ਸਲਵਾਨ ਦੇ ਦੂਜਾ ਵਿਆਹ ਕਰਾਉਣ ਪਿੱਛੋਂ ਉਸ ਦੀ ਪਹਿਲੀ ਰਾਣੀ ਇਛਰਾ ਨੂੰ ਪੇਕੇ ਘਰ ਮੋੜ ਦਿੰਦਾ ਹਾਂ। ਮੈਂ ਦੱਸਦਾ ਹਾਂ ਕਿ ਉਹ ਇੱਕ ਰਾਜੇ ਦੀ ਸਾਦਾ ਜਿਹੀ ਧੀ ਹੈ ਜਿਹੜੀ ਇਸ ਘਟਨਾ ਤੋਂ ਦੁਖੀ ਹੋ ਕੇ ਆਪਣੇ ਮਾਪਿਆਂ ਦੇ ਘਰ ਮੁੜ ਜਾਂਦੀ ਹੈ। ਇਹ ਗੱਲ ਬੜੀ ਸੁਭਾਵਿਕ ਜਿਹੀ ਹੈ ਤੇ ਸ਼ਾਇਦ ਸੱਚ ਵੀ ਇਹੋ ਹੀ ਹੈ। ਜ਼ਿੰਦਗੀ ਦੀ ਸੱਚਾਈ ਤਾਂ ਹਮੇਸ਼ਾ ਇਹੋ ਦੱਸਦੀ ਹੈ ਕਿ ਕੋਈ ਅਣਖੀ ਪਤਨੀ ਆਪਣੇ ਪਤੀ ਤੋਂ ਇਹ ਆਸ ਨਹੀਂ ਰੱਖਦੀ ਕਿ ਉਹਦੇ ਹੁੰਦਿਆਂ ਸਗੋਂ ਮੋਇਆਂ ਪਿੱਛੋਂ ਵੀ ਉਹਦੇ ਹਿੱਸੇ ਦਾ ਪਿਆਰ ਕਿਸੇ ਹੋਰ ਔਰਤ ਨੂੰ ਵੰਡਣ ਜਾਏ। ਇੱਕ ਗੱਲ ਹੋਰ ਜਿਹੜੀ ਮੈਂ ਇਸ ਕਥਾ ਵਿੱਚ ਕੀਤੀ ਹੈ, ਮੈਂ ਨਟੀ ਤੇ ਸੂਤਰਧਾਰ ਤੋਂ ਇਸ ਕਥਾ ਦਾ ਆਰੰਭ ਕਰਵਾਉਂਦਾ ਹਾਂ। ਮੈਂ ਦੱਸਿਆ ਹੈ ਕਿ ਲੂਣਾ ਚੰਬੇ ਦੀ ਸੀ। ਕਈਆਂ ਦਾ ਵਿਚਾਰ ਹੈ ਕਿ ਲੂਣਾ ਜ਼ਿਲ੍ਹਾ ਸਿਆਲਕੋਟ ਦੀ ਸੀ। ਮੇਰੇ ਸਾਹਮਣੇ ਇੱਕ ਹੋਰ ਸਵਾਲ ਇਸ ਕਥਾ ਬਾਰੇ ਇਹ ਸੀ ਕਿ ਲੂਣਾ ਤੇ ਸਲਵਾਨ ਦਾ ਮੇਲ ਕਿਵੇਂ ਹੋਇਆ। ਮੈਂ ਇਸ ਕਥਾ ਵਿੱਚ ਦੱਸਿਆ ਹੈ ਕਿ ਚੰਬੇ ਦਾ ਰਾਜਾ ਵਰਮਨ ਸਲਵਾਨ ਦਾ ਮਿੱਤਰ ਹੈ ਤੇ ਇਹ ਮੇਲ ਉੱਥੋਂ ਹੀ ਸ਼ੁਰੂ ਹੋਇਆ। ਇਹ ਸਾਰਾ ਕਥਨ ਕਲਪਿਤ ਹੈ। ਮੇਰਾ ਬਹੁਤਾ ਭਾਵ ਇਸ ਪਾਤਰ ਨੂੰ ਪਾਉਣ ਦਾ ਇਹ ਵੀ ਸੀ ਕਿ ਸਲਵਾਨ ਦਾ ਕੋਈ ਮਿੱਤਰ ਹੋਵੇ ਜਿਹਦੇ ਨਾਲ ਉਹ ਆਪਣੇ ਢਿੱਡ ਦੀ ਗੱਲ ਕਰ ਸਕੇ। ਮੇਰਾ ਕਥਾ ਨਾਲ ਸੰਬੰਧ ਹੁੰਦਿਆਂ ਹੋਇਆਂ ਵੀ ਕੋਈ ਸੰਬੰਧ ਨਹੀਂ। ਮੈਨੂੰ ਤਾਂ ਸਿਰਫ ਪਾਤਰਾਂ ਦੇ ਦਿਲ ਫੋਲਣ ਲਈ ਕੁਝ ਆਸਰੇ ਚਾਹੀਦੇ ਹਨ, ਸੋ ਮੈਂ ਉਹ ਪਾਤਰ ਖੁਦ ਹੀ ਘੜ ਲਏ ਹਨ।
ਇਹ ਪਾਤਰ ਬਿਲਕੁਲ ਓਪਰੇ ਨਹੀਂ ਲੱਗਦੇ ਤੇ ਨਾ ਹੀ ਹਨ। ਕਲਪਤ ਪਾਤਰਾਂ ਵਿੱਚ ਚੰਬੇ ਦਾ ਰਾਜਾ ਵਰਮਨ ਤੇ ਉਹਦੀ ਰਾਣੀ ਕੁੰਤ, ਲੂਣਾ ਦੀਆਂ ਸਹੇਲੀਆਂ ਈਰਾ ਤੇ ਮਥਰੀ, ਲੂਣਾ ਦਾ ਬਾਪ ਬਾਰੂ ਤੇ ਇੱਕ ਗੋਲੀ ਹਨ। ਬਾਕੀ ਸਜੀਵ ਪਾਤਰ ਜਿਹੜੇ ਕਹਾਣੀ ਵਿੱਚ ਪਹਿਲਾਂ ਹੀ ਮਿਲਦੇ ਹਨ ਉਹ ਹਨ ਸਲਵਾਨ, ਪੂਰਨ, ਲੂਣਾ, ਇਛਰਾਂ ਤੇ ਇਛਰਾਂ ਦਾ ਪਿਓ। ਕਥਾ ਬਿਲਕੁਲ ਕਾਦਰਯਾਰ ਦੀ ਹੈ ਤੇ ਪਾਤਰ ਵੀ ਉਹੀ ਹਨ, ਸਿਰਫ ਅੰਤਰ ਹੈ ਤਾਂ ਅੱਜ ਦੇ ਸਮੇਂ ਦੇ ਸੋਚ ਦਾ। ਅਸਲ ਵਿੱਚ ਇਹ ਕਹਾਣੀ ਮੁੱਢਲੇ ਰਾਜਾਸ਼ਾਹੀ ਪ੍ਰਬੰਧ ਨੂੰ ਕਈ ਪੱਖਾਂ ਤੋਂ ਉਜਾਗਰ ਕਰਦੀ ਹੈ। ਸੌਂਕਣਾ ਦੇ ਪੁੱਤਰਾਂ ਨੂੰ ਗੱਦੀ ਤੋਂ ਵਾਂਝਿਆਂ ਰੱਖਣ ਲਈ ਇਹ ਚਲਿੱਤਰ ਘੜੇ ਜਾਂਦੇ ਸਨ। ਥੋੜ੍ਹੇ ਫਰਕ ਨਾਲ ਕਕਈ ਨੇ ਵੀ ਤਾਂ ਇਸੇ ਉਦੇਸ਼ ਹਿੱਤ ਰਾਮ ਨੂੰ ਬਨਵਾਸ ਤੋਰਿਆ ਸੀ। ਇੱਕ ਹੋਰ ਪੱਖ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਬੁੱਢੇ ਰਾਜੇ ਆਪਣੇ ਪੁੱਤਰਾਂ ਦੇ ਹਾਣ ਦੀਆਂ ਰਾਣੀਆਂ ਨੂੰ ਸੱਜਰਾ ਤਾਂ ਕੀ, ਉਹਨਾਂ ਦੇ ਜਿਉਂਦੇ ਰਹਿਣ ਜੋਗਾ ਬੇਹਾ ਪਿਆਰ ਵੀ ਨਹੀਂ ਸਨ ਦੇ ਸਕਦੇ। ਬੁੱਢੇ ਰਾਜੇ ਨਿੱਕੀ ਨਿੱਕੀ ਗੱਲੇ ਸ਼ੱਕ ਦਾ ਸ਼ਿਕਾਰ ਹੋ ਜਾਂਦੇ ਸਨ। ਰਾਜਿਆਂ ਦੇ ਟੁਕੜਿਆਂ ਤੇ ਪਲਣ ਵਾਲੇ ਕਵੀ ਜਦੋਂ ਕਹਾਣੀਆਂ ਲਿਖਣ ਬੈਠਦੇ ਸਨ ਤਾਂ ਉਹ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਕਲੰਕੀ ਸਿੱਧ ਕਰਦੇ ਸਨ। ਉਹਨਾਂ ਦੀਆਂ ਰਾਣੀਆਂ ਜਾਂ ਔਲਾਦ ਨੂੰ ਮੈਲਿਆਂ ਕਹਿ ਕੇ ਆਪਣੇ ਸਰਪ੍ਰਸਤਾਂ ਦੀ ਹਉਮੈ ਨੂੰ ਤ੍ਰਿਪਤ ਕਰਦੇ ਸਨ। ਪ੍ਰਚਲਿਤ ਸਦਾਚਾਰਕ ਨਿਯਮਾਂ ਦੀ ਉਲੰਘਣਾ ਕਰਨ ਦੀ ਦਲੇਰੀ ਉਹਨਾਂ ਵਿੱਚ ਉੱਕਾ ਨਹੀਂ ਸੀ ਹੁੰਦੀ। ਜੋ ਇੱਕ ਕਵੀ ਲਿਖ ਜਾਂਦਾ ਸੀ ਉਸੇ ਲੀਹੇ ਦੂਜੇ ਤੁਰੇ ਜਾਂਦੇ ਸਨ। ਪਰ ਅੱਜ ਦਾ ਕਵੀ ਕਿਵੇਂ ਅੱਖਾਂ ਮੀਟ ਕੇ ਉਹਨਾਂ ਲੀਹਾਂ 'ਤੇ ਤੁਰਿਆ ਰਹੇ? ਜ਼ਿੰਦਗੀ ਦਾ ਕੋਈ ਆਖਰੀ ਪੜਾਅ ਨਹੀਂ। ਹਰ ਪੜਾਅ ਤੋਂ ਅੱਗੇ ਇੱਕ ਹੋਰ ਪੜਾਅ ਹੈ, ਬਿਲਕੁਲ ਉਸ ਸੇਧ ਵਿੱਚ ਨਹੀਂ, ਇੱਧਰ ਉੱਧਰ ਵੀ ਹੋ ਸਕਦਾ ਹੈ। ਬਣ ਚੁੱਕੇ ਰਾਹਾਂ 'ਤੇ ਤੁਰਦਾ ਹੋਇਆ ਅੱਜ ਦਾ ਮਨੁੱਖ ਇੱਕ ਐਸੀ ਥਾਂ ਪੁੱਜ ਜਾਂਦਾ ਹੈ ਜਿੱਥੋਂ ਅੱਗੇ ਉਹਨੂੰ ਆਪਣਾ ਰਾਹ ਆਪ ਬਣਾਉਣਾ ਪੈਂਦਾ ਹੈ। ਇਸ ਦੀ ਚੋਣ ਆਪ ਕਰਨੀ ਪੈਂਦੀ ਹੈ। ਇਸ ਗੱਲੇ ਕਵੀ ਜਾਂ ਕਲਾਕਾਰ ਵਿਗਿਆਨੀ ਦੇ ਬਹੁਤ ਨੇੜੇ ਹੈ ਤੇ ਇੱਕ ਤਰ੍ਹਾਂ ਨਾਲ ਉਹਦਾ ਸਹਾਇਕ ਵੀ। ਜਦੋਂ ਨਵੇਂ ਰਾਹ ਦੀ ਗੱਲ ਆਉਂਦੀ ਹੈ ਤਾਂ ਸਾਹਿਤ ਵਿੱਚ ਇਸ ਦਾ ਅਰਥ ਪਰੰਪਰਾ ਨੂੰ ਕਿਸੇ ਹੱਦ ਤੱਕ ਤਿਆਗਣ ਤੋਂ ਹੈ, ਪਰੰਪਰਾਗਤ ਕਥਾਵਾਂ 'ਚੋਂ ਨਵੇਂ ਅਰਥ ਕੱਢਣ ਤੋਂ ਹੈ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਵੀ ਨਵੇਂ ਅਰਥ ਸਥਾਪਿਤ ਹੋ ਜਾਂਦੇ ਹਨ। ਕਹਿੰਦੇ ਨੇ ਪੂਰਨ ਯੋਗੀ ਸੀ ਤੇ ਉਹ ਵੀ ਪੂਰਨਤਾ ਨੂੰ ਪ੍ਰਾਪਤ ਯੋਗੀ। ਸ਼ਾਇਦ ਇਸੇ ਕਾਰਨ ਉਹ ਇਸ ਕਥਾ ਦਾ ਨਾਇਕ ਬਣ ਗਿਆ। ਪ੍ਰਸਿੱਧ ਯੋਗੀ ਚੁਰੰਗੀਨਾਥ ਵੀ ਕਹਿੰਦੇ ਨੇ ਪੂਰਨ ਹੀ ਸੀ। ਉਹ ਇੱਕ ਰਾਜੇ ਦਾ ਪੁੱਤਰ ਰਾਜਕੁਮਾਰ ਸੀ। ਸਾਡੇ ਲੋਕਾਂ ਦਾ ਜੇ ਕਿਸੇ ਨੇ ਗੁਰੂ ਵੀ ਬਣਨਾ ਹੋਵੇ ਤਾਂ ਉਹਦੇ ਲਈ ਰਾਜੇ ਦਾ ਪੁੱਤਰ ਹੋਣਾ ਜ਼ਰੂਰੀ ਸੀ। ਭਾਵੇਂ ਉਹ ਰਾਮ ਹੋਵੇ ਜਾਂ ਬੁੱਧ, ਚਰਪਟ ਹੋਵੇ ਜਾਂ ਪੂਰਨ। ਤੇ ਉਹਨਾਂ ਨੂੰ ਹੋਰ ਮਹਾਨ ਦਰਸਾਉਣ ਲਈ ਲੂਣਾ ਜਿਹੀਆਂ ਕੁੜੀਆਂ ਨੂੰ ਕਾਮ ਦੀਆਂ ਪੁਤਲੀਆਂ, ਮਾਇਆ ਦੇ ਰੂਪ ਤੇ ਸ਼ੈਤਾਨ ਦੀਆਂ ਦਾਸੀਆਂ ਸਿੱਧ ਕੀਤਾ ਜਾਂਦਾ ਸੀ। ਇਹ ਕੁੜੀਆਂ ਬਹੁਤੀ ਵਾਰ ਨੀਵੀਆਂ ਸ਼੍ਰੇਣੀਆਂ ਦੀਆਂ ਜੰਪਲ ਹੁੰਦੀਆਂ ਸਨ ਤੇ ਉੱਚੀ ਕੁੱਲ ਦੇ ਉੱਚੇ ਆਚਰਣ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਭਟਕਾਉਣ ਦੇ ਚਿੰਨ੍ਹ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸਨ। ਪਰ ਕੀ ਉਹ ਸੱਚਮੁੱਚ ਹੀ ਗੁਨਾਹਗਾਰ ਸਨ? ਮੇਰਾ ਖਿਆਲ ਹੈ ਨਹੀਂ। ਗਰੀਬ ਹੋ ਕੇ ਵੀ ਰੂਪਵਾਨ ਹੋਣਾ ਇਹਨਾਂ ਦਾ ਗੁਨਾਹ ਸੀ। ਨਿਤਾਣਿਆਂ ਨਿਮਾਣਿਆਂ ਦੀਆਂ ਜਾਈਆਂ ਹੋਣਾ ਇਹਨਾਂ ਦਾ ਦੋਸ਼ ਸੀ। ਧਰਤੀ ਦੀ ਹੋਰ ਦੌਲਤ ਵਾਂਗ ਇਹਨਾਂ ਉੱਪਰ ਵੀ ਰਾਜਿਆਂ ਰਜਵਾੜਿਆਂ ਦਾ ਅਧਿਕਾਰ ਸੀ। ਐਸ਼ ਦੇ ਉਸ ਯੁੱਗ ਵਿੱਚ ਕੌਣ ਸੀ ਕੋਈ ਦਿਲ ਵਾਲਾ ਜਿਹੜਾ ਇਹਨਾਂ ਦੀ ਵੇਦਨਾ ਫੋਲਦਾ, ਇਹਨਾਂ ਦੇ ਦਰਦ ਨੂੰ ਪਛਾਣਦਾ? ਮੈਂ ਉਸ ਸਦੀਆਂ ਦੀ ਦੱਬੀ ਘੁੱਟੀ ਪੀੜ ਨੂੰ ਹਮਦਰਦੀ ਦੇ ਫਹਿ ਲਾ ਕੇ ਫੂਕਾਂ ਮਾਰੀਆਂ ਹਨ ਤੇ ਪੀੜ ਹਰਨ ਦਾ ਯਤਨ ਕੀਤਾ ਹੈ। ਖੌਰੇ ਮੇਰੀਆਂ ਮਾਰੀਆਂ ਫੂਕਾਂ ਨੇ ਉਹਨਾਂ ਦਾ ਦਰਦ ਘਟਾਇਆ ਹੈ ਜਾਂ ਵਧਾਇਆ ਹੈ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਇਹ ਫੂਕਾਂ ਆਪਣੇ ਦਿਲ ਦੀਆਂ ਉਹਨਾਂ ਤਹਿਆਂ 'ਚੋਂ ਮਾਰੀਆਂ ਹਨ ਜਿਹੜੀ ਤਹਿ ਵਿੱਚ ਮੇਰੇ ਅੰਦਰ ਦੀ ਔਰਤ ਸੁੱਤੀ ਪਈ ਹੈ, ਮੇਰੇ ਅੰਦਰ ਦਾ ਮਰਦ ਸੁੱਤਾ ਪਿਆ ਹੈ। ਸਲਵਾਨ ਅੱਜ ਵੀ ਮੁੱਕੇ ਨਹੀਂ, ਲੂਣਾ ਅੱਜ ਵੀ ਨਿਰਦੋਸ਼ ਨਹੀਂ ਸਮਝੀ ਜਾਂਦੀ। ਐਵੇਂ ਨਾਮਾਂ ਤੇ ਦਿਨਾਂ ਦਾ ਫਰਕ ਪੈ ਗਿਆ ਹੈ। ਬੁਰਕਾ ਪਾ ਕੇ ਤੁਰਨ ਦਾ ਰਿਵਾਜ ਅੱਜ ਵੀ ਨਹੀਂ ਗਿਆ। ਇਕੱਲਿਆਂ ਵਹਿ ਕੇ ਸੋਚੀਏ ਤਾਂ ਬੁਰਕਾ ਪਾਉਣਾ ਚੰਗਾ ਨਹੀਂ ਲੱਗਦਾ, ਪਰ ਜਦੋਂ ਹੀ ਅਸੀਂ ਸੜਕਾਂ 'ਤੇ ਨਿਕਲਦੇ ਹਾਂ ਤਾਂ ਮੂੰਹ 'ਤੇ ਬੁਰਕਾ ਪਾ ਲੈਂਦੇ ਹਾਂ ਤੇ ਸ਼ਾਇਦ ਇਹ ਸਾਡੀ ਮਜਬੂਰੀ ਹੈ। ਨੰਗਿਆਂ ਤੁਰਨਾ ਬੜਾ ਕਠਿਨ ਹੈ। ਮੈਂ ਇਸ ਪੁਸਤਕ ਦੇ ਹਰ ਪਾਤਰ ਨੂੰ ਤੁਹਾਡੇ ਸਾਹਮਣੇ ਨਗਨ ਖੜਾ ਕਰ ਦਿੱਤਾ ਹੈ ਤੇ ਪਾਤਰਾਂ ਤੋਂ ਅੱਡਰਾ ਹੋ ਕੇ ਮੈਂ ਆਪਣੇ ਆਪ ਨੂੰ ਵੇਖ ਨਹੀਂ ਸਕਦਾ।
ਇਸ ਲਈ ਮੇਰੀ ਨਗਨਤਾ ਨੂੰ ਮਾੜਾ ਚੰਗਾ ਕਹਿਣ ਦਾ ਅਧਿਕਾਰ ਸਭਨਾਂ ਨੂੰ ਹੀ ਸੌਂਪ ਦਿੰਦਾ ਹਾਂ। ਸਥਾਪਤ ਕੀਮਤਾਂ ਵਿੱਚ ਬੱਝੇ ਲੋਕਾਂ ਨੂੰ ਸ਼ਾਇਦ ਮੇਰਾ ਹਰ ਸ਼ਬਦ ਮੈਲਾ ਜਾਪੇ, ਪਰ ਮੇਰਾ ਵਿਸ਼ਵਾਸ ਹੈ ਕਿ ਮੈਲੇ ਸ਼ਬਦ ਹੀ ਸਮਾਜਾਂ, ਧਰਮਾਂ ਤੇ ਕੌਮਾਂ ਦੇ ਛਿੱਦਰੇ ਰਿਵਾਜਾਂ, ਦੁਰਗੰਧਿਤ ਭਰਮਾਂ ਤੇ ਕੂੜ ਵਿਚਾਰਾਂ ਨੂੰ ਨਿਤਾਰ ਕੇ ਸਵੱਛ ਤੇ ਨਿਰਮਲ ਬਣਾ ਸਕਦੇ ਹਨ। ਸ਼ਿਵ ਕੁਮਾਰ, 15/7/1965। ਲੂਣਾ। ਅੰਕ ਪਹਿਲਾ। ਚਾਨਣੀ ਰਾਤ ਦੇ ਅੰਤਮ ਪਹਿਰ ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ ਨੇੜੇ ਇੱਕ ਸੰਘਣੇ ਬਣ ਵਿੱਚ ਬੈਠੇ ਪ੍ਰੇਮ ਕਰ ਰਹੇ ਹਨ। ਨਟੀ। ਇਹ ਕਵਣ ਸੂ ਦੇਸ ਸੁਹਾਵੜਾ ਤੇ ਕਵਣ ਸੂ ਇਹ ਦਰਿਆ, ਜੋ ਰਾਤ ਨਮੇਗੀ ਚੰਨ ਦੀ ਵਿੱਚ ਦੂਰੋਂ ਡਲਕ ਰਿਹਾ, ਕਈ ਵਿੰਗ ਵਲੇਵੇਂ ਮਾਰਦਾ ਕੋਈ ਅੱਗ ਦਾ ਸੱਪ ਜਿਹਾ, ਜੋ ਕੱਢ ਦੁਸਾਂਗੀ ਜੀਵ ਨੂੰ ਵਾਦੀ ਵਿੱਚ ਸ਼ੂਕ ਰਿਹਾ। ਸੂਤਰਧਾਰ। ਇਹ ਦੇਸ ਜੋ ਚੰਬਾ ਸੋਹਣੀਏ, ਇਹ ਰਾਵੀ ਸੂ ਦਰਿਆ, ਜੋ ਐਰਾਵਤੀ ਕਹਾਵਦੀ ਵਿੱਚ ਦੇਵ ਲੋਕ ਦੇ ਜਾ, ਇਹ ਧੀ ਹੈ ਪਾਂਗੀ ਰਿਸ਼ੀ ਦੀ, ਇਹਦਾ ਚੰਦਰ ਭਾਗ ਭਰਾ, ਚੰਬਿਆਲੀ ਰਾਣੀ ਦੇ ਬਲੀ, ਇਹਨੂੰ ਮਹਿੰਗੇ ਮੁੱਲ ਲਿਆ, ਤੇ ਤਾਂ ਹੀ ਧੀ ਤੋਂ ਬਦਲ ਕੇ ਇਹਦਾ ਪੁੱਤਰ ਨਾਮ ਪਿਆ, ਚੰਬਿਆਲੀ ਖਾਤਰ ਜਾਂਵਦਾ, ਇਹਨੂੰ ਚੰਬਾ ਦੇਸ ਕਿਹਾ। ਨਟੀ। ਹੈ ਇਤਰਾਂ ਭਿੱਜੀ ਵਗ ਰਹੀ ਠੰਡੀ ਤੇ ਸੀਤ ਹਵਾ, ਇੱਥੇ ਰਾਤ ਰਾਣੀ ਦਾ ਜਾਪਦਾ, ਜਿਉਂ ਸਾਹ ਹੈ ਡੁੱਲ ਗਿਆ। ਸੂਤਰਧਾਰ। ਹਾਂ ਨੀ ਜਿੰਦੇ ਮੇਰੀਏ, ਤੂੰ ਬਿਲਕੁਲ ਠੀਕ ਕਿਹਾ। ਹੈ ਕੁੰਗ ਕਥੂਰੀ ਅਗਰ ਦਾ, ਜਿਉਂ ਵਗੇ ਪਿਆ ਦਰਿਆ, ਇੱਕ ਮਾਨ ਸਰੋਵਰ ਇਤਰਦਾ, ਵਿੱਚ ਚੰਨ ਦਾ ਹੰਸ ਜਿਹਾ, ਹੈ ਚੁੱਪ ਚਪੀਤਾ ਤੈਰਦਾ ਤੇ ਤਾਰੇ ਚੁਗੇ ਪਿਆ। ਨਟੀ। ਪਰ ਮੈਨੂੰ ਈਕਣ ਜਾਪਦਾ, ਜਿਉਂ ਚਾਨਣ ਦੇ ਦਰਿਆ, ਇਹ ਮਹਿਕ ਜਿਵੇਂ ਇੱਕ ਕੁੜੀ ਚਿੜੀ ਜਿਹਦਾ ਸੱਜਣ ਦੂਰ ਗਿਆ। ਅਗਨ ਵਰੇਸੇ ਵਟਣਾ ਮਲਮਲ, ਰਹੀ ਜੋ ਨਗਨ ਨਹਾ, ਪਾਣੀ ਪਾਪਾ ਅੱਗ ਬੁਝਾਵੇ, ਅੱਗ ਨਾ ਬੁਝਣ ਆ। ਸੂਤਰਧਾਰ। ਵਾਹ, ਇਹ ਤੂੰ ਖੂਬ ਕਿਹਾ। ਸੱਚਮੁੱਚ ਤਨ ਦੀ ਅੱਗ ਨੂੰ ਨਾ ਪਾਣੀ ਸਕੇ ਬੁਝਾ, ਹੈ ਸੰਭਵ ਤਨ ਦੀ ਅੱਗ ਥੀਂ ਖੋਲ ਸਮੁੰਦਰ ਜਾ। ਨਟੀ। ਛੇੜ ਸੁਰੰਗੀ ਪਾਉਣ ਦੀ ਰਹੀ ਰੁੱਤ ਬਿਰਹੜੇ ਗਾ, ਜਿਉਂ ਕਾਮੀ ਸੱਜਣ ਕਿਸੇ ਦਾ ਜਦ ਜਾਏ ਵਿਛੋੜਾ ਪਾ, ਇੱਕ ਡੂੰਘੀ ਸੌਲੀ ਸ਼ਾਮ ਨੂੰ ਕਿਤੇ ਵਿੱਚ ਉਜਾੜੀ ਜਾ, ਜਿਉਂ ਢਿੱਡੀ ਮੁੱਕੀਆਂ ਮਾਰਦੀ ਕੋਈ ਬਿਰਹਣ ਪਏ ਕੁਰਲਾ। ਸੂਤਰਧਾਰ। ਇਹ ਕਿਹਾ ਸੁਹਾਵਾ ਦੇਸ ਹੈ ਤੇ ਕੇਹੀ ਨਸ਼ੀਲੀ ਵਾ, ਇਉਂ ਤਰਵਰ ਜਾਪਣ ਝੂਮਦੇ, ਜਿਉਂ ਛੀਂਬਾ ਡੰਗ ਗਿਆ, ਹੈ ਥਾਂ ਥਾਂ ਕੇਸੂ ਮੌਲਿਆ ਤੇ ਡੁੱਲਿਆ ਲਹੂ ਜਿਹਾ, ਜਿਉਂ ਕਾਲੇ ਰੜੇ ਪਹਾੜ ਦਾ ਸੀਨਾ ਪਾਟ ਗਿਆ, ਇਉਂ ਜਾਪੇ ਭੌਂਦੀਆਂ ਬੁੱਲੀਆਂ ਵਿੱਚ ਭਰਿਆ ਨਸ਼ਾ ਜਿਹਾ, ਇੱਕ ਸਵਾਦ ਹੋ ਜਿਨ੍ਹਾਂ ਨੂੰ ਹੈ ਅੰਬਰ ਚੁੰਮ ਰਿਹਾ, ਕੋਈ ਜੀਕਣ ਪ੍ਰੇਮੀ ਪ੍ਰੇਮ ਤੋਂ ਇੱਕ ਉਮਰਾਂ ਬਾਂਝ ਰਿਹਾ, ਉਸ ਅੰਬੇ ਹੋਂਠ ਤਾਂ ਚੁੰਮਣਾ ਪਰ ਭੁੱਖਾ ਫੇਰ ਰਿਹਾ। ਨਟੀ। ਸੁਣੋ ਸੁਆਮੀ, ਕਿਹਾ ਸੁਹਾਵਾ ਪੰਛੀ ਬੋਲ ਰਿਹਾ, ਜਿਉਂ ਕਿਸੇ ਪ੍ਰੇਮੀ ਆਪਣੇ ਪ੍ਰੇਮੀ ਦਾ ਨਾਮ ਲਿਆ, ਜਿਉਂ ਬਾਂਸ ਦੀ ਪਾਟੀ ਪੋਰ ਚੋਂ ਇੱਕ ਰੁਮਕਾ ਲੰਘ ਗਿਆ, ਜਿਉਂ ਸੇਜ ਸੱਜਣ ਦੀ ਮਾਣਦੀ ਦਾ ਹਾਸਾ ਨਿਕਲ ਗਿਆ, ਪ੍ਰਥਮ ਪ੍ਰੇਮ ਦੇ ਪ੍ਰਥਮ ਮੇਲ ਦੇ ਪ੍ਰਥਮ ਹੀ ਸ਼ਬਦ ਜਿਹਾ, ਦਰਦ ਪਰੁੱਚੇ ਕਿਸੇ ਗੀਤ ਦੇ ਅੰਤਮ ਬੋਲ ਜਿਹਾ। ਸੂਤਰਧਾਰ। ਹੈ ਸੌਲੇ ਜਿਹੇ ਪਹਾੜ ਤੇ ਚੰਨ ਈਕਣ ਸੋਭ ਰਿਹਾ, ਜਿਉਂ ਕੁਲਿਕ ਨਾਮੀ ਨਾਗ ਮਣੀ ਥੀ ਨੇਰੇ ਵਿੱਚ ਖੇਡ ਰਿਹਾ, ਇਹ ਪਰਬਤ ਲੰਮ ਸਲੰਮੜਾ ਹੈ ਈਕਣ ਫੈਲ ਗਿਆ, ਜਿਉਂ ਨਾਗਾਂ ਦੀ ਮਾਂ ਸੂਰਸਾ ਦੀ ਹੋਵੇ ਸਾਲਗਿਰਾ, ਕਈ ਬਾਸ਼ਕ ਉਰਗ ਤੇ ਛੀਂਬੜੇ, ਕਈ ਅਹੀਂ ਖੜੱਪੇ ਆ, ਕਈ ਕਲਰੀ ਉੱਡਣੇ ਪਦਮ ਤੇ ਸੰਗ ਚੂੜੇ ਧੌਣ ਉਠਾ, ਪਏ ਚਾਨਣ ਦਾ ਦੁੱਧ ਪੀਵਦੇ ਤੇ ਰਹੇ ਨੇ ਜਸ਼ਨ ਮਨਾ। ਓ ਵੇਖ ਨੀ ਜਿੰਦੇ ਘਾਟੀਆਂ ਵਿੱਚ ਬੱਦਲ ਉੱਡ ਰਿਹਾ, ਜਿਉਂ ਸੱਪ ਕਿਸੇ ਨੂੰ ਡੰਗ ਕੇ ਗੁੱਸੇ ਵਿੱਚ ਉਲਟ ਗਿਆ,
ਸੁਪਨ ਲੋਕ ਦੇ ਉੱਡਦੇ ਹੋਏ ਦੂਹ ਦਾ ਮਹਿਲ ਜਿਹਾ, ਜਿਹਦੀ ਮਮਟੀ ਬੈਠਾ ਚੰਨ ਦਾ ਕੋਈ ਪੰਛੀ ਬੋਲ ਰਿਹਾ, ਵਿੱਚ ਫੁੱਲ ਪੱਤੀਆਂ ਦੀ ਸੇਜ ਤੇ ਇੱਕ ਨੰਗਾ ਅਗਨ ਜਿਹਾ, ਇੱਕ ਬੁੱਤ ਗੁਲਾਬੀ ਨਾਰ ਦਾ ਕੋਈ ਕਾਮ ਵੇਖ ਰਿਹਾ, ਤੇ ਭੋਗਣ ਤੋਂ ਪਹਿਲੇ ਉਸ ਦਾ ਜਿਉਂ ਸੁਪਨਾ ਟੁੱਟ ਗਿਆ। ਨਟੀ, ਮੈਂ ਵੇਖ ਕੇ ਉੱਚੀਆਂ ਟੀਸੀਆਂ ਹਾਂ ਰਹੀ ਤਸਵੀਰ ਬਣਾ, ਜਿਉਂ ਵਣਦੇਵੀ ਅਰਨੈਣੀ ਬੱਦਲਾਂ ਦੀ ਸੇਜ ਵਿਛਾ, ਬਣ ਪੁੱਤਰ ਤਾਈਂ ਜੀਕਣਾ ਰਹੀ ਹੋਵੇ ਦੁੱਧ ਪਿਲਾ, ਦੁੱਧ ਭਰੀਆਂ ਸੌਲੀਆਂ ਛਾਤੀਆਂ ਤੇ ਕੋਸੀ ਨੀਝ ਲਗਾ, ਜਿਉਂ ਦੁੱਧ ਪਿਆਉਂਦੀ ਬਾਲ ਨੂੰ ਹਰ ਮਾਂ ਜਾਵੇ ਨਸ਼ਿਆ। ਸੂਤਰਧਾਰ, ਇਹ ਰੁੱਖ ਜੋ ਅਮਲ ਤਾਸ ਦੇ ਪੀੜਾ ਮਾਰਨ ਭਾ, ਇਉਂ ਜਾਪਣ ਗਗਨ ਕੁਠਾਲੀਏ ਜਿਉਂ ਸੋਨਾ ਪਿਘਲ ਗਿਆ, ਜਾਂ ਧਰਤ ਕੁੜੀ ਦੇ ਕੰਨ ਦਾ ਇੱਕ ਬੂੰਦਾ ਡਿੱਗ ਪਿਆ। ਵਾਹ ਨੀ ਧਰਤ ਸੁਹਾਵੀਏ, ਤੈਨੂੰ ਚੜਿਆ ਰੂਪ ਕਿਹਾ। ਨਟੀ, ਇਉਂ ਜਾਪੇ ਇਸ ਦੇ ਬਾਬਲੇ ਇਹਦੇ ਦਿੱਤੇ ਕਾਜ ਰਚਾ, ਤੇ ਮੱਤੀ ਮੁਸ਼ਕ ਅੰਬੀਰ ਹਵਾ ਇਹਦੇ ਦਿੱਤੇ ਗੌਣ ਬਿਠਾ। ਨਦੀਆਂ ਆਈਆਂ ਗਾਉਣ ਨੂੰ ਪਰਬਤ ਰੋੜਾ ਲਾ, ਚਾਨਣੀਆਂ ਜਿਉਂ ਤਲੀ ਤੇ ਹਨ ਰਹੀਆਂ ਮਹਿੰਦੀ ਲਾ, ਸਿਰ ਤੇ ਚੁੰਨੀ ਅੰਬਰੀ ਚੰਨ ਕਲੀਰਾ ਪਾ। ਸੂਤਰਧਾਰ, ਪਰ ਹਾਏ ਨੀ ਧਰਤ ਸੁਹਾਵੀਏ, ਤੂੰ ਲੈ ਕੀ ਲੇਖ ਲਿਖਾ, ਤੇਰਾ ਹਰ ਦਿਨ ਹੀ ਮਰ ਜਾਂਵਦਾ ਲੈ ਕਿਰਨਾਂ ਦਾ ਫਾ। ਤੇਰੀ ਹਰ ਰੁੱਤ ਹੈ ਛਿਣ ਭੰਗਰੀ, ਜੋ ਜੰਮੇ ਸੋ ਮਰ ਜਾ, ਇੱਥੇ ਛਿਣ ਤੋਂ ਛਿਣ ਨਾ ਫੜੀਂਦਾ, ਨਾ ਸਾਹ ਕੋਲੋਂ ਹੀ ਸਾਹ। ਜੋ ਸਾਹ ਹੈ ਬੁੱਤੋਂ ਟੁੱਟਦਾ, ਉਹਦੀ ਕੋਟ ਜਨਮ ਨਾ ਥਾ, ਜਿਉਂ ਗਗਨੀ ਉੱਡਦੇ ਪੰਛੀਆਂ ਦੀ ਪੈੜ ਫੜੀ ਨਾ ਜਾ। ਤੇਰਾ ਹਰ ਫੁੱਲ ਹੀ ਮਰ ਜਾਂਵਦਾ, ਮੈਂ ਕਾਂਦੀ ਜੂਨ ਹੰਢਾ, ਤੇਰਾ ਹਰ ਦਿਉ ਸੂਤਕ ਰੁੱਤ ਦੀ ਪੀੜ 'ਚ ਲੈਂਦਾ ਸਾਹ, ਤੇਰਾ ਹਰ ਸਾਹ ਪਹਿਲਾਂ ਜੰਮਣੋਂ ਲੈਂਦਾ ਔਧ ਹੰਢਾ। ਨਟੀ, ਸੁਣੋ ਤਾਂ ਮੇਰੇ ਰਾਮ ਜੀਓ, ਲੇਖਾਂ ਨੂੰ ਦੋਸ਼ ਕਿਹਾ ਹੈ, ਚੰਗਾ ਜੇ ਨਾ ਫੜੀਂਦਾ ਇੱਥੇ ਸਾਹ ਕੋਲੋਂ ਜੇ ਸਾਹ। ਕੀ ਬੁਰਾ ਜੇ ਮੰਜ਼ਿਲ ਪਹਿਲੜੇ ਤੇ ਪਿੱਛੋਂ ਲੱਭੇ ਰਾਹ, ਜਾਂ ਤੀਰ ਲੱਗਣ ਤੋਂ ਪਹਿਲੜੇ ਜੇ ਛਾਤੀ ਲੱਗੇ ਘਾਹ। ਵਿੱਚ ਅੱਧ ਵਾਟੇ ਹੀ ਖੜਨ ਦਾ ਆਵੇ ਬੜਾ ਮਜ਼ਾ, ਕੁਝ ਪਿੱਛੇ ਮੁੜਨ ਦੀ ਲਾਲਸਾ, ਕੁਝ ਅੱਗੇ ਵਧਣ ਦਾ ਚਾਅ। ਪਰ ਜੋ ਵੀ ਪੂਰਨ ਥੀਵਿਆ ਉਹਦਾ ਜੀਣਾ ਜੱਗ ਕਿਹਾ ਹੈ, ਸ਼ੁਕਰ ਸਮਾਂ ਨਾ ਧਰਤ ਤੇ ਇੱਕੋ ਥਾਂ ਖੜਾ। ਸੂਤਰਧਾਰ, ਇਹ ਤਾਂ ਮੈਂ ਵੀ ਸਮਝਦਾ, ਪਰ ਹੁੰਦਾ ਦੁੱਖ ਬੜਾ, ਜਦ ਇਕੱਲੇ ਬਹਿ ਕੇ ਸੋਚੀਏ ਇਹ ਫੁੱਲ ਜਾਣੇ ਕੁਮਲਾ। ਇਹ ਵਾਦੀ ਦੇ ਵਿੱਚ ਸ਼ੂਕਦਾ ਸੁੱਕ ਜਾਣਾ ਦਰਿਆ, ਇਹਨੇ ਭਲਕੇ ਰੁੱਖ ਬਦਲਣਾ ਜੋ ਵਗਦੀ ਸੀਤ ਹਵਾ। ਹਨ ਰੁੱਤਾਂ ਪੱਤਰ ਛੰਡਣੇ, ਲੈ ਜਾਣੇ ਪੌਣ ਉਡਾ, ਲੈ ਜਾਣੇ ਰੁੱਖ ਵਢਾਏ ਕੇ ਤਰਖਾਣਾ ਮੋਛੇ ਪਾ। ਤਰਖਾਣਾ ਮੋਛੇ ਪਾਏ ਕੇ ਲੈਣੇ ਪਲੰਗ ਬਣਾ, ਪਲੰਗੇ ਸੇਜਾਂ ਮਾਣਦੇ ਮਰਨੇ ਸੇਜ ਵਿਛਾ। ਨਟੀ, ਮਰਨਾ ਜੀਣਾ ਕਰਮ ਹੈ, ਇਸ ਦਾ ਖੇਦ ਕਿਹਾ ਹੈ, ਪਰਿਵਰਤਨ ਹੀ ਆਤਮਾ ਜਿਹਨੂੰ ਜਾਂਦਾ ਅਮਰ ਕਿਹਾ। ਇਸ ਦੇ ਵਾਜੋਂ ਸਹਿਜ ਸੀ ਬੁੱਸ ਜਾਂਦੀ ਏ ਵਾਹ, ਬੁੱਸ ਜਾਂਦੇ ਚੰਨ ਸੂਰਜੇ, ਬੁੱਸ ਜਾਂਦੇ ਦਰਿਆ। ਬੁੱਤ ਨੂੰ ਬੁੱਤ ਗਲ ਮਿਲਣ ਦਾ ਰਹਿੰਦਾ ਰਤਾ ਨਾ ਚਾਅ, ਬਾਗੀ ਫੁੱਲ ਨਾ ਮੋਲਦੇ ਟੱਕੀ ਸਾਵੇ ਘਾਹ। ਇਸ ਅਮਰ ਮਨੁੱਖ ਦੀ ਭਟਕਣਾ ਵਿੱਚ ਡਾਢਾ ਤੇਜ਼ ਨਸ਼ਾ, ਇਸ ਭਟਕਣ ਦਾ ਨਾਂ ਜ਼ਿੰਦਗੀ ਤੇ ਇਸ ਦਾ ਨਾਮ ਕਜ਼ਾ। ਇਹ ਭਟਕਣ ਦਾ ਹੀ ਰੂਪ ਹੈ ਜੋ ਖੇਤ ਰਹੇ ਲਹਿਰਾ, ਇਸ ਭਟਕਣ ਦੀ ਹੀ ਕੁੱਖ 'ਚੋਂ ਹੈ ਧਰਤੀ ਜਨਮ ਲਿਆ। ਸੂਤਰਧਾਰ, ਉਫ ਕੇਹੀ ਇਹ ਭਟਕਣਾ, ਕੁਝ ਸੁਪਨੇ ਮੋਢੇ ਚਾਹ, ਜਨਮ ਦਿਵਸ ਦੀ ਨਗਨ ਘੜੀ ਤੋਂ ਥਣ ਨੂੰ ਮੂੰਹ ਵਿੱਚ ਪਾ, ਹਿਰਨਾ ਸਿੰਘੀ ਬੈਠ ਕੇ ਦੇਣੀ ਉਮਰ ਵੰਝਾ। ਨਟੀ, ਇਹ ਭਟਕਣ ਸਦਾ ਮਨੁੱਖ ਨੂੰ ਅੱਗੇ ਰਹੀ ਚਲਾ, ਇਸ ਭਟਕਣ ਅੱਗੇ ਦੇਵਤੇ ਵੀ ਜਾਂਦੇ ਸੀਸ ਨਿਵਾ। ਸੂਤਰਧਾਰ, ਹੈ ਸੰਖ ਨੇ ਵੱਜੇ ਮੰਦਰੀ ਤੇ ਖੂਹੀ ਡੋਲ ਪਿਆ, ਹਨ ਸੱਥੀ ਚਿੜੀਆਂ ਚੂਕੀਆਂ ਤੇ ਜੰਗਲ ਬੋਲ ਪਿਆ। ਹੈ ਹੋਇਆ ਸਰਗੀ ਵੇਲੜਾ ਤੇ ਚੰਨ ਵੀ ਬੁਝ ਗਿਆ, ਹੈ ਸੂਰਜ ਦਾ ਰਥ ਹਿੱਕਦਾ ਸੁਰਬੀ ਆਏ ਪਿਆ।
आओ मुड़िए देवलोक नूं गई सारी रात विहा। नटी, की होया सज्जण मैंडड़े जे गई है रात विहा? की होया मेरे छाम जियो जे खूही डोल पिया? जी चाहुंदा इसे धरत ते मैं देवां उमर वंजा। सूत्रधार, ਇਹ ਕੌਣ ਨੇ ਟੂਣੇ ਹਾਰੀਆਂ ਜਿਨ੍ਹਾਂ ਕੀਲੀ ਕੁੱਲ ਫਿਜ਼ਾ ਜਿਉਂ ਗੁੰਬਦ ਵਿੱਚ ਆਵਾਜ਼ ਦੀ ਤੁਰਦੀ ਰਹੇ ਸਦਾ, ਜਿਉਂ ਮਧੂ ਮੱਖੀਆਂ ਦਾ ਮਧੂ ਵਣਾਂ ਵਿੱਚ ਟੋਲਾ ਉੱਡ ਰਿਹਾ, ਜਿਉਂ ਚੀਰ ਕੇ ਜੰਗਲ ਬਾਂਸ ਦੇ ਲੰਘੇ ਤੇਜ਼ ਹਵਾ, ਜਿਉਂ ਥਲ ਚੋਂ ਲੰਘੇ ਕਾਫਲਾ ਜਦ ਅੱਧੀ ਰਾਤ ਵਿਹਾ। ਹੈ ਸਾਰੀ ਵਾਦੀ ਗੂੰਜ ਪਈ, ਇਹ ਕੌਣ ਨੇ ਰਹੀਆਂ ਗਾ? ਗੀਤ ਦੀ ਆਵਾਜ਼ ਉੱਭਰਦੀ ਹੈ। ਅੱਧੀ ਰਾਤੀ ਦੇਸ ਚੰਬੇ ਦੇ ਚੰਬਾ ਖਿੜਿਆ ਹੋ, ਚੰਬਾ ਖਿੜਿਆ ਮਾਲਣੇ ਉਹਦੀ ਮਹਿਲੀ ਗਈ ਖੁਸ਼ਬੋ, ਮਹਿਲੀ ਰਾਣੀ ਜਾਗਦੀ ਉਹਦੇ ਨੈਣੀ ਨੀਂਦ ਨਾ ਕੋ, ਰਾਜੇ ਤਾਈਂ ਆਖਦੀ ਮੈਂ ਚੰਬਾ ਲੈਣਾ ਸੋ। ਜੋ ਕਾਲੇ ਵਣ ਮੌਲਿਆ ਜਿਹਦੀ ਹੌਕੇ ਜਿਹੀ ਖੁਸ਼ਬੋ, ਧਰਮੀ ਰਾਜਾ ਆਖਦਾ ਬਾਹਾਂ ਵਿੱਚ ਪਰੋ, ਨਾ ਰੋ ਜਿੰਦੇ ਮੇਰੀਏ ਲੱਗ ਲੈਣ ਦੇ ਲੋ, ਚੰਬੇ ਖਾਤਰ ਸੋਹਣੀਏ ਜਾਸਾਂ ਕਾਲੇ ਕੋ। ਰਾਣੀ ਚੰਬੇ ਸਹਿਕਦੀ ਮਰੀ ਵਿਚਾਰੀ ਹੋ, ਜੇਕਰ ਰਾਜਾ ਦੱਬਦਾ ਮੈਲੀ ਜਾਂਦੀ ਹੋ, ਜੇਕਰ ਰਾਜਾ ਸਾੜਦਾ ਕਾਲੀ ਜਾਂਦੀ ਹੋ। ਅੱਧੀ ਰਾਤੀ ਦੇਸ ਚੰਬੇ ਦੇ ਚੰਬਾ ਖਿੜਿਆ ਹੋ। ਸੂਤਰਧਾਰ, ਵੇਖ ਨਟੇ ਕਿੰਜ ਵਾਦੀ ਦੇ ਵਿੱਚ ਸਵਰ ਹੈ ਗੂੰਜ ਰਿਹਾ। ਸਰਸਵਤੀ ਦੇ ਸੁਰ ਮੰਡਲ ਨੂੰ ਜਿਉਂ ਕੋਈ ਛੇੜ ਗਿਆ। ਕੱਤਕ ਮਾਹ ਵਿੱਚ ਕੂੰਜਾਂ ਦਾ ਜਿਉਂ ਕੰਨੀ ਬੋਲ ਪਿਆ, ਚੇਤਰ ਦੇ ਵਿੱਚ ਜਿਉਂ ਕਰ ਬਾਗੀ ਵਗੇ ਪੁਰੇ ਦੀ ਵਾਹ। ਸੌਣ ਮਹੀਨੇ ਜਿਉਂ ਕੋਇਲਾਂ ਦੀ ਦੂਰੋਂ ਆਏ ਸਦਾ, ਨਿੱਕੀ ਕਣੀ ਦਾ ਕਹਿੰਦੇ ਛੰਨੇ ਮੀਂਹ ਜਿਉਂ ਵਰੇ ਪਿਆ, ਜਿਉਂ ਪਰਬਤ ਵਿੱਚ ਪਾਰਬਤੀ ਦਾ ਵਿਛੂਆ ਛਣਕ ਰਿਹਾ, ਜਾਂ ਜਿਉਂ ਹੋਵੇ ਗੂੰਜਦਾ ਸ਼ਿਵ ਦਾ ਨਾਦ ਮਹਾਂ। ਨਟੀ, ਜਿਉਂ ਸਾਗਰ ਦੀ ਛਾਤੀ ਤੇ ਕੋਈ ਰਿਹਾ ਮਸ਼ੇਰਾ ਗਾ, ਜਾਂ ਬਿਰਹਣ ਦੇ ਵਿੱਚ ਕਾਲਜੇ ਸ਼ਬਦ ਕੋਈ ਧੁਖੇ ਪਿਆ, ਜੋ ਉਹਦੇ ਝੂਠੇ ਪ੍ਰੇਮੀ ਉਸਦੇ ਕੰਨੀ ਕਦੇ ਕਿਹਾ। ਸੂਤਰਧਾਰ, ਇਹ ਆਨੰਦ ਕਿਹਾ। ਕਿੰਜ ਸ਼ਬਦ ਦੀ ਮਹਿਕ ਫੜਾਂ ਮੈਂ, ਮੇਥੋਂ ਮਹਿਕ ਫੜੀ ਨਾ ਜਾ, ਜਿਉਂ ਕੋਈ ਭੌਰਾ ਗੁਣ ਗੁਣ ਕਰਦਾ ਕੰਵਰ ਸਰੋਵਰ ਜਾ। ਮਹਿਕ ਦੇ ਕੱਜਣ ਲਿਪਟੇ ਹੋਏ ਨੀਲੇ ਸੁਪਨ ਜਿਹਾ, ਜਿਵੇਂ ਕਿਸੇ ਵਿਧਵਾ ਹੌਕਾ ਭਰਿਆ ਸੁੰਨੀ ਸੇਜ ਵਿਛਾ। ਨਟੀ, ਇਹ ਤਾਂ ਹਨ ਚੰਬਿਆਲਣਾ ਜੋ ਰਹੀਆਂ ਰਲ ਮਿਲ ਗਾ, ਸ਼ਹਿਦ ਪਰੁੱਚੇ ਕੰਠ ਚੋਂ ਲੰਮੀ ਹੇਕ ਲਗਾ, ਜਿਉਂ ਮਾਂ ਕੋਈ ਗਾਵੇ ਵਿਰਹੜਾ ਚਰਖੇ ਤੰਦ ਵਲਾ, ਜਿਹਦਾ ਪੁੱਤਰ ਸੱਤ ਸਮੁੰਦਰੀ ਨਾ ਮੁੜਿਆ ਲਾਮ ਗਿਆ। ਸੂਤਰਧਾਰ, ਇਹ ਤਾਂ ਹਨ ਸਭੋ ਰਾਣੀਏ, ਹਨ ਰਹੀਆਂ ਇਤਵਲ ਆ, ਹੱਥ ਫੁੱਲਾਂ ਦੀਆਂ ਡਾਲੀਆਂ ਸਿਰ ਤੇ ਗੜਵੇ ਚਾ। ਆ ਗਗਨਾਂ ਨੂੰ ਉੱਡੀਏ ਜਾਂ ਛੱਡ ਦਈਏ ਰਾਹ, ਬਣੀਏ ਵਾਸੀ ਧਰਤ ਦੇ ਜਾਂ ਲਈਏ ਰੂਪ ਵਟਾ। ਨਟੀ, ਹਾਂ ਹਾਂ ਪ੍ਰਭ ਜੀ ਠੀਕ ਕਿਹਾ, ਆਓ ਲਈਏ ਰੂਪ ਵਟਾ, ਤੇ ਕਰੀਏ ਚਾਰ ਗਲੋੜੀਆਂ ਨਾਲ ਇਹਨਾਂ ਦੇ ਜਾ। ਸੂਤਰਧਾਰ ਤੇ ਨਟੀ ਰੂਪ ਵਟਾ ਲੈਂਦੇ ਹਨ। ਚੰਬਿਆਲਣਾ ਉੱਚੀ ਉੱਚੀ ਗਾਉਂਦੀਆਂ ਪ੍ਰਵੇਸ਼ ਕਰਦੀਆਂ ਹਨ। ਨਟੀ ਉਹਨਾਂ ਵਿੱਚੋਂ ਇੱਕ ਨਾਲ ਗੱਲਾਂ ਕਰਦੀ ਹੈ। ਨਟੀ, ਚੰਬੇ ਦੀਏ ਚੰਬੇਲੀਏ ਤੇਰੀ ਜੀਵੇ ਮਹਿਕ ਸਦਾ, ਇਹ ਜੋਬਨ ਦਾ ਹੜ ਠਿੱਲਿਆ ਕਿਸ ਪੱਤਣ ਨੂੰ ਜਾ। ਹੱਸ ਹਮੇਲਾਂ ਭੁਗਤੀਆਂ ਗਲ ਵਿੱਚ ਕੰਠੇ ਪਾ, ਛਾਪਾਂ ਛੱਲੇ ਆਰਸੀਆਂ ਗੋਰੇ ਹੱਥ ਅੜਾ, ਚੀਚੀ ਵਿੱਚ ਕਲੀਚੜੀ ਪੈਰੀਂ ਸਗਲੇ ਪਾ। ਕੋ ਵਾਲ ਗੁੰਦਾਏ ਕੇ ਫੁੱਲ ਤੇ ਚੌਂਕ ਸਜਾ, ਕੰਨੀ ਝੁਮਕੇ ਝੂਲਦੇ ਲੌਂਗ ਤੀਲੀਆਂ ਪਾ। ਸਿਰ ਸੋਬਣ ਫੁਲਕਾਰੀਆਂ ਅਤਲਸ ਪੱਟ ਹੰਢਾ, ਕਿਤਵਲ ਚੱਲੀਆਂ ਕੂੰਜੜੀਆਂ ਹਾਰ ਸ਼ਿੰਗਾਰ ਲਗਾ। ਇਹ ਬੌਂਦਲ ਗਈਆਂ ਡਾਚੀਆਂ ਕਿਤਵਲ ਰਹੀਆਂ ਤਾ। ਚੰਬਿਆਲਣ, ਸੁਣ ਭੈਣੇ ਪਰਦੇਸਣੇ, ਅਸੀਂ ਆਈਆਂ ਨਦੀਏ ਜਾ, ਇੱਕ ਯੋਧੇ ਦੇ ਨਾਉ ਤੇ ਲੱਖ ਦੀਵੇ ਪ੍ਰਵਾਹ। ਅੱਜ ਜਨਮ ਦਿਹਾੜਾ ਉਸ ਦਾ, ਅੱਜ ਦਿਲੇ ਥੀ ਚਾਹ, ਅਸੀਂ ਰਾਜੇ ਵਰਮਨ ਵੀਰ ਦੇ ਰਹੀਆਂ ਸ਼ਗਨ ਮਨਾ।
ਸਿਰ 'ਤੇ ਗੜਵੇ ਨੀਰ ਦੇ ਤਾਜ਼ੇ ਫੁੱਲ ਤੁੜਾ, ਅਸੀਂ ਮਹਿਲੀ ਰਾਣੀ ਕੁੰਤ ਦੇ ਚੱਲੀਆਂ ਰੂਪ ਸਜਾ। ਜਿੱਥੇ ਰਾਜਾ ਨਾਵ ਸੀ ਬਟਣੇ ਲੱਖ ਲਗਾ, ਇਤਰ ਫੁਲੇਲਾਂ ਕੇਵੜੇ ਗੰਗਾ ਜਲੀ ਰਲਾ। ਇਸ ਤੋਂ ਪਿੱਛੋਂ ਹੋਫ ਸੀ ਡਾਢਾ ਜੱਗ ਮਹਾਂ, ਸਾਰੇ ਚੰਬੇ ਦੇਸ਼ 'ਚੋਂ ਕਾਲੇ ਮੁਰਗ ਮੰਗਾ। 121 ਭੇਟ ਥੀਂ ਕੀਤਾ ਜਾਊ ਜ਼ਿਬਾ, ਰਾਜਾ ਕੋਟ ਸਿਆਲ ਦਾ ਆਇਆ ਪੈਂਡੇ ਗਾ। ਜੋ ਸਾਡੇ ਮਹਾਰਾਜ ਦਾ ਬਣਿਆ ਧਰਮ ਭਰਾ, ਜੋ ਸਲਵਾਨ ਕਹਾਵਦਾ। ਕਰਸੀ ਰਸਮ ਅਦਾ ਵੱਡੂ ਭੇਡਾਂ ਸਾਰੀਆਂ, ਲੋਹਾ ਸਾਣੇ ਲਾ ਵਗੂ ਸੂਹਾ ਸ਼ੂਕਦਾ ਲਹੂਆਂ ਦਾ ਦਰਿਆ। ਚੰਬੇ ਦੀ ਇਸ ਧਰਤ 'ਤੇ ਦੇਸੀ ਰੰਗ ਚੜਾ, ਮੱਥੇ ਟਿੱਕੇ ਲਾਉਣ ਦੀ ਹੋਸੀ ਰਸਮ ਅਦਾ। ਨੌਬਤ ਕੈਲਾਂ ਡਫਲਾਂ ਦੇਸਣ ਸ਼ੋਰ ਮਚਾ, ਆਸਣ ਭੰਡ ਮਰਾਸੀਏ ਭੱਟ ਸੁਰੰਗੀ ਚਾ। ਹੋਸਣ ਧਾਮਾਂ ਭਾਰੀਆਂ ਦੇਗਾਂ ਚੁੱਲ੍ਹ ਚੜਾ, ਅੰਤ ਵਿੱਚ ਮੁਟਿਆਰ ਇੱਕ ਚੌਂਸੀ ਰਾਜਾ ਆ। ਸਾਰੇ ਚੰਬੇ ਦੇਸ਼ 'ਚੋਂ ਜਿਸ ਦਾ ਹੁਸਨ ਅਥਾ, ਉਹ ਸੋਹਣੀ ਮੁਟਿਆਰ ਫਿਰ ਗੋਰੇ ਹੱਥ ਉਠਾ। ਕਰਸੀ ਰਾਜੇ ਵਾਸਤੇ ਦੇਵੀ ਕੋਲ ਦੁਆ, ਦੇਵੀ ਵਰਮਨ ਵੀਰ 'ਤੇ ਰਹਿਮਤ ਏ ਫਰਮਾ। ਸਾਰੇ ਚੰਬੇ ਦੇਸ਼ ਦੀ ਇਸ ਨੂੰ ਉਮਰ ਲਗਾ। ਫਿਰ ਰਾਜਾ ਉਸ ਕੁੜੀ ਦਾ ਧਰਮੀ ਬਾਪ ਬੁਲਾ, ਇੱਕ ਖੂਹਾ ਦੋ ਬੌਲੀਆਂ ਦੇਸੀ ਨਾਮ ਲਵਾ। ਆਇਆ ਚੰਬੇ ਸ਼ਹਿਰ ਥੀਂ ਕੁਲ ਮਲਖਈਆ ਤਾ, ਆਓ ਰਾਈਓ ਲੈ ਚੱਲੀਏ ਜੇ ਦੇਖਣ ਦਾ ਚਾਅ। ਨਟੀ: ਨਾ ਨੀ ਭੈਣਾ ਮੇਰੀਏ, ਅਸਾਂ ਜਾਣਾ ਦੂਰ ਬੜਾ, ਅਜੇ ਪੈਂਡਾ ਵਾਂਗ ਸਰਾਲ ਦੇ ਕਿੰਨਾ ਹੋਰ ਪਿਆ। ਚੰਬਿਆਲਣਾ ਹੱਸਦੀਆਂ ਹੱਸਦੀਆਂ ਚਲੀਆਂ ਜਾਂਦੀਆਂ ਹਨ। ਸੂਤਰਧਾਰ: ਹੁਣੇ ਸੀ ਵਗਦੀ ਪੌਣ ਦੇ ਸੰਦਲੀ ਸੰਦਲੀ ਸਾਹ, ਹੁਣੇ ਸੀ ਮਹਿਕਾਂ ਖੇਡਦੀਆਂ ਗਲ ਚਾਨਣ ਦੇ ਤਾ। ਹੁਣੇ ਸੀ ਰਿਸ਼ਮਾਂ ਸੁੱਤੀਆਂ ਸਰਵਰ ਸੇਜ ਵਿਛਾ, ਹੁਣੇ ਤਾਂ ਧਰਤ ਸਵਰਗ ਸੀ ਹੁਣੇ ਤਾਂ ਨਰਕ ਪਿਆ। ਵੈ ਧਰਨੀ ਵਿੱਚ ਬਦਲ ਗਿਆ ਸ਼ੂਕ ਰਿਹਾ ਦਰਿਆ। ਇਹ ਕੀ ਹਨ ਚੰਬਿਆਲਣਾ ਗਈਆਂ ਗੱਲ ਸੁਣਾ, ਕਦ ਲਹੂਆਂ ਨੂੰ ਡੋਲ ਕੇ ਮਰਦੇ ਪਾਪ ਭਲਾ। ਨਟੀ: ਇਹ ਮਾਨਵ ਦੇ ਕੋਝ ਦਾ ਕੋਝਾ ਇੱਕ ਪੜਾ, ਜਾਨ ਪਰਾਈ ਕੋਹੇ ਕਦ ਵੱਧਦੀ ਉਮਰ ਭਲਾ। ਪ੍ਰਾਣ ਪਰਾਏ ਖੋਹੇ ਕਦ ਮਿਲਦਾ ਰੱਬ ਭਲਾ। ਸੂਤਰਧਾਰ: ਕਿਰਿਆ ਕੇਹੀ ਅਵਲੜੀ ਕੁਝ ਵੀ ਸਮਝ ਨਾ ਆ, ਜੋ ਵੀ ਧਰਤੀ ਜੰਮਦੀ ਆਪੇ ਜਾਂਦੀ ਖਾ। ਜਿਉਂ ਮੱਕੜੇ ਸੰਗ ਮੱਕੜੀ ਪਹਿਲੇ ਭੋਗ ਰਚਾ, ਗਰਭਵਤੀ ਮੁੜ ਹੋਏ ਕੇ ਜਾਂਦੀ ਉਸਨੂੰ ਖਾ। ਨਟੀ: ਧਰਤੀ ਦੀ ਗੱਲ ਸੋਚ ਕੇ ਮਨ ਨਾ ਕਰੋ ਬੁਰਾ, ਇਹ ਜਨਨੀ ਹੈ ਪਾਪ ਦੀ, ਇਹ ਪਾਪਾਂ ਦੀ ਜਾ। ਪਾਪ ਤਾਂ ਇਸ ਦਾ ਕਰਮ ਹੈ, ਇਸ ਦਾ ਪਾਪ ਸੁਭਾਅ। ਜੇ ਇਹ ਪਾਪ ਕਮਾਏ ਨਾ ਤਾਂ ਅੱਜੇ ਮਰ ਜਾ। ਆਓ ਮੁੜੀਏ ਪਰਲੋਕ ਨੂੰ ਮਹਿਕਾਂ ਦੇ ਪਰਲਾ। ਹੁਣ ਤਾਂ ਧੁੱਪਾਂ ਉੱਗੀਆਂ ਗਿਆ ਸੂਰਜ ਸਿਰ 'ਤੇ ਆ। ਘੁਲ ਜਾਈਏ ਵਿੱਚ ਮਹਿਕ ਦੇ, ਘੁਲ ਜਾਈਏ ਵਿੱਚ ਵਾਹ, ਘੁਲ ਜਾਈਏ ਵਿੱਚ ਵਾਹ। ਸੂਤਰਧਾਰ ਤੇ ਨਟੀ ਅਲੋਪ ਹੋ ਜਾਂਦੇ ਹਨ। ਸ਼ੁਕਰੀਆ ਦੋਸਤੋ।